ਬਟ ਇਹ ਲਾਸਟ ਟਾਈਮ ਜਿਹੜਾ ਆਪਾਂ ਆਰਟੀਕਲ ਕੀਤਾ ਸੀਗਾ, ਉਹ ਅਸੀਂ ਕੀਤਾ ਸੀਗਾ ਡਿਸਟੈਂਸ ਤੇ ਡਿਸਪਲੇਸਮੈਂਟ। ਠੀਕ ਹੈ ਜੀ, ਡਿਸਟੈਂਸ ਐਂਡ ਡਿਸਪਲੇਸਮੈਂਟ। ਮੋਟਾ ਮੋਟਾ ਆਪਾਂ ਰਿਵਾਈਜ਼ ਕਰ ਲੈਂਦੇ। ਠੀਕ ਹੈ ਬੇਟੇ, ਵਾਟ ਇਜ਼ ਡਿਸਟੈਂਸ? ਡਿਸਟੈਂਸ ਆਪਣੇ ਕੋਲ ਕੀ ਸੀ ਬੇਟੇ? ਟੋਟਲ ਪਾਥ ਟਰੈਵਲਡ। ਠੀਕ ਹੈ ਬੇਟੇ। ਤੇ ਡਿਸਪਲੇਸਮੈਂਟ ਕੀ ਸੀ ਬੇਟੇ ਆਪਣੇ ਕੋਲੇ? ਠੀਕ ਹੈ ਜੀ, ਇਹਦਾ ਮਤਲਬ ਡਿਸਟੈਂਸ ਆਪਣੇ ਕੋਲ ਕੀ ਹੈ? ਟੋਟਲ ਪਾਥ ਕਵਰਡ। ਠੀਕ ਹੈ ਜੀ, ਤੇ ਡਿਸਪਲੇਸਮੈਂਟ ਆਪਣੇ ਕੋਲ ਕੀ ਹੈ ਬੇਟੇ? ਸ਼ਾਰਟੈਸਟ ਪਾਥ ਕਵਰ। ਠੀਕ ਹੈ ਜੀ, ਇਹ ਆਪਣੇ ਕੋਲੇ ਕੀ ਹੈ? ਸ਼ਾਰਟੈਸਟ ਪਾਥ ਕਵਰ। ਡਿਸਟੈਂਸ ਆਪਣੇ ਕੋਲੇ ਕੀ ਸੀ ਬੇਟੇ? ਸਕੇਲਰ ਕੁਆਂਟੀਟੀ। ਸਕੇਲਰ ਕੁਆਂਟੀਟੀ ਯਾਦ ਹੈ ਨਾ ਬੇਟੇ? ਜਿੰਦੇ ਕੋਲ ਕੋਈ ਡਾਇਰੈਕਸ਼ਨ ਨਾ ਹੋਵੇ, ਮੈਗਨੀਟਿਊਡ ਹੋਵੇ ਕੱਲਾ। ਬਟ ਡਿਸਪਲੇਸਮੈਂਟ ਆਪਣੇ ਕੋਲੇ ਕੀ ਹੈ ਬੇਟੇ? ਵੈਰੀ ਗੁੱਡ, ਵੈਕਟਰ ਕੁਆਂਟੀਟੀ। ਠੀਕ ਹੈ, ਜਿਹੜਾ ਡਿਸਟੈਂਸ ਹੈ ਇਹ ਆਪਣੇ ਕੋਲ ਕੀ ਹੋਊਗਾ? ਹਮੇਸ਼ਾ ਪੋਜ਼ਿਟਿਵ ਹੋਊਗਾ। ਜੇ ਆਪਾਂ ਨਹੀਂ, ਹਾਂ, ਜੇ ਆਪਾਂ ਨਹੀਂ ਚੱਲੇ ਤਾਂ 0 ਹੋ ਜਾਊਗਾ, ਅਦਰਵਾਈਜ਼ ਆਪਾਂ ਕਹਿ ਕੇ ਚੱਲੀਏ ਆਲਵੇਜ਼ ਕੀ ਹੋਊਗਾ? ਪੋਜ਼ਿਟਿਵ ਹੋਊਗਾ। ਡਿਸਪਲੇਸਮੈਂਟ ਸਾਡੇ ਕੋਲ ਕੀ ਹੋਊਗਾ ਬੇਟੇ? ਇਹ ਨੈਗੇਟਿਵ ਵੀ ਹੋ ਸਕਦਾ, ਪੋਜ਼ਿਟਿਵ ਵੀ ਹੋ ਸਕਦਾ, ਤੇ 0 ਵੀ ਹੋ ਸਕਦਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ, ਇਹ ਆਪਣੇ ਕੋਲ ਮੋਟੇ-ਮੋਟੇ ਇਹਨਾਂ 'ਚ ਪੁਆਇੰਟ ਆਫ ਡਿਫਰੈਂਸ ਹੈਗੇ। ਇੱਕ ਆਪਾਂ ਇਹ ਗੱਲ ਕਹਿ ਸਕਦੇ ਹਾਂ, ਜਿਹੜਾ ਡਿਸਟੈਂਸ ਹੈ ਨਾ, ਉਹ ਆਲਵੇਜ਼ ਇਨਕਰੀਜ਼ ਕਰਦਾ ਵਿਦ ਟਾਈਮ। ਜੇ ਅਸੀਂ ਮੂਵ ਕਰ ਰਹੇ ਹਾਂ ਤਾਂ ਡਿਸਟੈਂਸ ਆਪਣੇ ਕੋਲ ਹਮੇਸ਼ਾ ਕੀ ਕਰੂਗਾ? ਵਧੂਗਾ। ਬਟ ਡਿਸਪਲੇਸਮੈਂਟ ਕੀ ਹੋ ਸਕਦਾ? ਜ਼ਰੂਰੀ ਨਹੀਂ ਹਰੇਕ ਵਾਰੀ, ਬਟ ਹਾਂ, ਮੇ ਬੀ ਡਿਕਰੀਜ਼। ਜੇ ਅਸੀਂ ਓਰੀਜਨ ਵੱਲ ਮੂਵ ਕਰਨ ਲੱਗ ਗਏ, ਠੀਕ ਹੈ ਜੀ, ਤਾਂ ਆਪਣੇ ਕੋਲ ਘਟੂਗਾ, ਕਿਉਂਕਿ ਇਹਦੇ ਵਿੱਚ ਫਾਰਮੂਲਾ ਕੀ ਹੁੰਦਾ? ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਇਹ ਪੁਆਇੰਟ ਕਲੀਅਰ ਹੈ ਕਿ ਨਹੀਂ ਬੇਟੇ? ਠੀਕ ਹੈ, ਡਿਸਟੈਂਸ ਹਮੇਸ਼ਾ ਪੋਜ਼ਿਟਿਵ ਹੋਊਗਾ, ਇਨਕਰੀਜ਼ ਕਰੂਗਾ। ਡਿਸਪਲੇਸਮੈਂਟ ਹੈ ਜਿਹੜਾ ਉਹ ਸਮੇਂ ਦੇ ਨਾਲ ਕੀ ਕਰ ਸਕਦਾ ਹੈ? ਡਿਕਰੀਜ਼ ਵੀ ਕਰ ਸਕਦਾ ਹੈ। ਠੀਕ ਹੋ ਗਿਆ। ਇੱਕ ਨੈਕਸਟ ਪੁਆਇੰਟ ਆਪਾਂ ਹੋਰ ਲਿਖ ਸਕਦੇ ਹਾਂ, ਜਿਹੜਾ ਡਿਸਟੈਂਸ ਹੈ ਉਹ ਹਮੇਸ਼ਾ ਗ੍ਰੇਟਰ ਹੋਊਗਾ ਡਿਸਪਲੇਸਮੈਂਟ ਨਾਲੋਂ, ਜਾਂ ਵੱਧ ਤੋਂ ਵੱਧ ਕੀ ਹੋ ਸਕਦਾ? ਉਹਦੇ ਇਕੁਅਲ ਹੋ ਸਕਦਾ। ਇਕੁਅਲ ਵਾਸਤੇ ਆਪਾਂ ਥੱਲੇ ਐ ਲਾਈਨ ਲਾ ਦੇ। ਆਹ ਨਿਸ਼ਾਨ ਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਗ੍ਰੇਟਰ ਦੈਨ ਇਕੁਅਲ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਹਿਣ ਦਾ ਮਤਲਬ ਡਿਸਟੈਂਸ ਹਮੇਸ਼ਾ ਵੱਡਾ ਹੋਊਗਾ, ਬਟ ਐਟ ਦੀ ਮੋਸਟ ਉਹ ਕੀ ਹੋ ਸਕਦਾ? ਵੱਧ ਤੋਂ ਵੱਧ ਬਰਾਬਰ ਹੋ ਸਕਦਾ, ਪਰ ਛੋਟਾ ਨਹੀਂ ਹੋ ਸਕਦਾ। ਤੇ ਜੇ ਐਸੇ ਪਾਸੇ ਆਪਾਂ ਡਿਸਪਲੇਸਮੈਂਟ ਦੀ ਗੱਲ ਕਰਦੇ ਹਾਂ ਤਾਂ ਡਿਸਪਲੇਸਮੈਂਟ ਹਮੇਸ਼ਾ ਕੀ ਹੋਊਗਾ? ਛੋਟਾ ਹੋਊਗਾ, ਜਾਂ ਵੱਧ ਤੋਂ ਵੱਧ ਕੀ ਹੋ ਸਕਦਾ? ਬਰਾਬਰ ਹੋ ਸਕਦਾ ਡਿਸਟੈਂਸ। ਇਹ ਮੋਟੇ-ਮੋਟੇ ਪੁਆਇੰਟ ਆ ਜਿਹੜੇ ਆਪਾਂ ਯਾਦ ਰੱਖਣੇ। ਠੀਕ ਹੈ ਜੀ, ਕਲੀਅਰ ਹੈ ਬੇਟੇ? ਇਹ ਕੱਲ ਕੀਤਾ ਸੀ ਆਪਾਂ। ਕਲੀਅਰ ਹੈ? ਠੀਕ ਹੈ ਬੇਟੇ, ਆਪਾਂ ਅੱਜ ਇਹਦੇ ਨਾਲ ਰਿਲੇਟਡ ਕੋਈ ਇੱਕ ਅੱਧਾ ਗ੍ਰਾਫ ਡਿਸਕਸ ਕਰ ਲਈਏ। ਲਓ ਬੇਟੇ, ਪਹਿਲਾਂ ਜੇ ਆਪਾਂ ਇਸ ਤਰ੍ਹਾਂ ਦਾ ਗ੍ਰਾਫ ਬਣਾਈਏ। ਹੁਣ ਆਪਾਂ ਡਿਸਟੈਂਸ ਦੀ ਗੱਲ ਕਰ ਰਹੇ ਹਾਂ ਜਾਂ ਡਿਸਪਲੇਸਮੈਂਟ ਦੀ ਗੱਲ ਕਰ ਰਹੇ ਹਾਂ। ਇੱਕ ਸਾਈਡ ਤੇ ਆਪਾਂ ਲੈ ਕੇ ਚੱਲੀਏ ਟਾਈਮ, ਇੱਕ ਸਾਈਡ ਤੇ ਆਪਾਂ ਲੈ ਕੇ ਚੱਲੀਏ ਐਕਸ। ਠੀਕ ਹੈ ਜੀ, ਜੇਕਰ ਆਪਣੇ ਕੋਲ ਇਸ ਤਰ੍ਹਾਂ ਦਾ ਗ੍ਰਾਫ ਆਉਂਦਾ, ਇਸ ਤਰ੍ਹਾਂ ਦਾ ਪੈਰਲਲ ਟੂ ਟਾਈਮ ਐਕਸਿਸ, ਇਸ ਤਰ੍ਹਾਂ ਦਾ ਗ੍ਰਾਫ ਆਉਂਦਾ,
ਪੈਰਲਲ ਟੂ ਟਾਈਮ ਐਕਸਿਸ। ਤਾਂ ਇਹਦਾ ਮਤਲਬ ਕੀ ਹੈ? ਕੀ ਪਤਾ ਲੱਗਦਾ ਬੇਟੇ ਐਕਸਟੀ ਗ੍ਰਾਫ ਤੋਂ? ਇਹਨਾਂ ਨੂੰ ਆਪਾਂ ਕਹਿੰਦੇ ਐਕਸਟੀ ਗ੍ਰਾਫ। ਕੀ ਕਹਿੰਦੇ ਬੇਟੇ ਆਪਾਂ ਇਹਨੂੰ? ਐਕਸਟੀ ਗ੍ਰਾਫ। ਦੇਖੋ ਬੇਟੇ ਇਹਦਾ ਮਤਲਬ ਕੀ ਹੈ? ਧਿਆਨ ਨਾਲ ਗੱਲ ਸਮਝੋ। ਲਓ, ਜੇ ਆਪਾਂ ਮੰਨ ਲਓ ਇਸ ਟਾਈਮ ਤੇ ਉੱਪਰ ਜਾਈਏ ਤਾਂ ਆਪਾਂ ਵੈਲਿਊ ਕਿਵੇਂ ਕੱਢਦੇ ਹਾਂ? ਉੱਥੋਂ ਪਰਪੈਂਡੀਕੂਲਰ ਡਰਾ ਕਰਦੇ ਹਾਂ, ਇੱਕ ਇੱਧਰ ਤੇ ਇੱਕ ਉੱਧਰ। ਆਪਾਂ ਕੀ ਕੀਤਾ ਬੇਟੇ? ਇੱਕ ਕੋਈ ਟਾਈਮ ਇੰਟਰਵਲ ਲੈ ਲੇ, ਠੀਕ ਹੈ। ਗੱਲ ਨੂੰ ਸਮਝਦੇ ਜਾਇਓ, ਜਿੱਥੇ ਨਾ ਕਲੀਅਰ ਹੋਇਆ ਬੇਟੇ ਕਲੀਅਰ ਕਰ ਲਿਓ। ਮੰਨ ਲਓ ਆ ਕੋਈ ਟਾਈਮ ਸੀ T1, ਆ ਕੋਈ ਟਾਈਮ ਸੀ T2, ਆ ਟਾਈਮ ਸੀ T3, ਆ ਟਾਈਮ ਸੀ T4, ਠੀਕ ਹੈ ਜੀ। ਕਿਸੇ ਵੀ 2 ਡਾਇਮੈਂਸ਼ਨ ਗ੍ਰਾਫ ਦੇ ਵਿੱਚ ਜਦੋਂ ਅਸੀਂ ਕੋਈ ਵੈਲਿਊ ਕੈਲਕੂਲੇਟ ਕਰਨੀ ਹੈ, ਜਿਸ ਵੀ ਪੁਆਇੰਟ ਦੇ ਉੱਤੇ ਆਬਜੈਕਟ ਹੁੰਦਾ ਤਾਂ ਅਸੀਂ ਉੱਥੋਂ 2 ਪਰਪੈਂਡੀਕੂਲਰ ਡਰਾ ਕਰ ਦਿੰਦੇ, ਇੱਕ ਐਕਸ ਐਕਸਿਸ ਦੇ ਉੱਪਰ, ਇੱਕ ਵਾਈ ਐਕਸਿਸ ਦੇ ਉੱਪਰ। ਇੱਥੇ ਐਕਸ ਐਕਸਿਸ 'ਚ ਆਪਾਂ ਟਾਈਮ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਤੇ ਵਾਈ ਐਕਸਿਸ ਦੇ ਵਿੱਚ ਆਪਾਂ ਕਿਹਨੂੰ ਰਿਪਰੈਜ਼ੈਂਟ ਕਰ ਰਹੇ ਹਾਂ? ਡਿਸਟੈਂਸ ਜਾਂ ਡਿਸਪਲੇਸਮੈਂਟ। ਗ੍ਰਾਫ ਧਿਆਨ ਨਾਲ ਦੇਖੋ ਬੇਟੇ, ਟਾਈਮ ਵੱਧ ਰਿਹਾ, T1 ਹੋ ਗਿਆ, T2 ਹੋ ਗਿਆ, T3 ਹੋ ਗਿਆ, T4 ਹੋ ਗਿਆ, ਪਰ ਪੋਜੀਸ਼ਨ ਵੱਧ ਰਹੀ ਹੈ ਉਹਦੀ। ਪੋਜੀਸ਼ਨ ਸਾਰਿਆਂ ਵਾਸਤੇ ਕੀ ਹੈ? ਐਕਸ ਹੀ ਹੈ। ਨੋਟ ਕਰੋ, ਇਧਰੋਂ 2 ਪਰਪੈਂਡੀਕੂਲਰ ਡਰਾ ਕੀਤੇ, ਟਾਈਮ T1 ਹੈ, ਡਿਸਪਲੇਸਮੈਂਟ ਕਿੰਨੀ ਹੈ? x1। ਇੱਥੋਂ ਇਧਰ ਪਰਪੈਂਡੀਕੂਲਰ ਡਰਾ ਕੀਤਾ ਤਾਂ ਟਾਈਮ ਕਿੰਨਾ ਹੋ ਗਿਆ ਬੇਟੇ? T2, ਡਿਸਪਲੇਸਮੈਂਟ ਹਜੇ ਵੀ ਕਿੰਨੀ ਹੈ? x। ਇੱਥੇ ਟਾਈਮ ਕਿੰਨਾ ਹੋ ਗਿਆ ਬੇਟੇ? T3, ਡਿਸਪਲੇਸਮੈਂਟ ਹਜੇ ਵੀ ਕਿੰਨੀ ਹੈ? x। ਇਹਦਾ ਮਤਲਬ ਕੀ ਹੋਇਆ? ਵੀ ਆਬਜੈਕਟ ਹੈ ਜਿਹੜਾ ਆਪਦੀ ਥਾਂ ਤੇ ਖੜਾ ਹੋਇਆ ਹੈ। ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਇਹਦਾ ਮਤਲਬ ਆਬਜੈਕਟ ਕਿਸ ਤਰ੍ਹਾਂ ਦਾ? ਸਟੇਸ਼ਨਰੀ ਜਾਂ ਐਟ ਰੈਸਟ। ਦੱਸੋ ਬੇਟੇ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਯਾਦ ਰੱਖਣਾ, ਹਰੇਕ ਸਿਚੁਏਸ਼ਨ 'ਚ ਨਹੀਂ, ਇਹ ਐਕਸਟੀ ਗ੍ਰਾਫ ਹੈ। ਕਿਹੜਾ ਗ੍ਰਾਫ ਹੈ ਬੇਟੇ? ਐਕਸ ਹੁੰਦਾ ਪੋਜੀਸ਼ਨ, ਇਹਨੂੰ ਆਪਾਂ ਪੋਜੀਸ਼ਨ ਟਾਈਮ ਗ੍ਰਾਫ ਹੀ ਕਹਿ ਦਿੰਦੇ ਹਾਂ। ਪੋਜੀਸ਼ਨ ਟਾਈਮ ਗ੍ਰਾਫ। ਜੇਕਰ ਪੋਜੀਸ਼ਨ ਟਾਈਮ ਗ੍ਰਾਫ ਕਿਸ ਤਰ੍ਹਾਂ ਦਾ ਆਉਂਦਾ ਆਪਣੇ ਕੋਲੇ? ਪੈਰਲਲ ਟੂ ਟਾਈਮ ਐਕਸਿਸ, ਪੈਰਲਲ ਟੂ ਟਾਈਮ ਐਕਸਿਸ ਆਉਂਦਾ। ਕਹਿੰਦਾ ਮਤਲਬ ਕੀ ਹੈ? ਵੀ ਆਬਜੈਕਟ ਆਪਣੇ ਕੋਲ ਕਿਸ ਤਰ੍ਹਾਂ ਦਾ? ਸਟੇਸ਼ਨਰੀ ਹੈ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇੱਕ ਹੋਰ ਆਪਾਂ ਗ੍ਰਾਫ ਬਣਾਈਏ। ਪਹਿਲਾਂ ਵਾਂਗੂ ਇੱਕ ਇਧਰਲੀ ਸਾਈਡ ਤੇ ਆਪਾਂ ਲੈ ਲਿਆ ਟਾਈਮ, ਇੱਧਰ ਲੈ ਲਿਆ ਆਪਾਂ ਡਿਸਪਲੇਸਮੈਂਟ ਜਾਂ ਡਿਸਟੈਂਸ, ਐਕਸ ਐਕਸ ਟੀ ਗ੍ਰਾਫ ਬਣਾਇਆ। ਹੁਣ ਜਿਹੜਾ ਸਾਡੇ ਕੋਲ ਗ੍ਰਾਫ ਆਇਆ, ਦੇਖੋ ਬੇਟੇ, ਉਹ ਇਸ ਤਰ੍ਹਾਂ ਦਾ ਹੈ। ਇਹਦਾ ਮਤਲਬ ਕੀ ਹੈ? ਦੇਖੋ, ਗ੍ਰਾਫ ਨੂੰ ਧਿਆਨ ਨਾਲ ਸਮਝੋ। ਗ੍ਰਾਫ ਦਾ ਪਹਿਲਾਂ ਐਨਾਲਿਸਿਸ ਕਰੀਦਾ। ਕੋਈ ਵੀ ਆਪਾਂ ਜਿਵੇਂ ਮੰਨ ਲਓ ਪੁਆਇੰਟ ਲੈ ਲਿਆ, ਮੰਨ ਲਓ ਆਪਾਂ ਆਹ ਪੁਆਇੰਟ ਲੈ ਲਿਆ, ਫਿਰ ਆਪਾਂ ਕੋਈ ਆਹ ਪੁਆਇੰਟ ਲੈ ਲਿਆ, ਫਿਰ ਆਹ ਪੁਆਇੰਟ ਲੈ ਲਿਆ। ਕਿਸੇ ਵੀ ਪੁਆਇੰਟ ਦਾ ਐਨਾਲਿਸਿਸ ਕਰਨਾ ਤਾਂ ਕਿਵੇਂ ਕੀਤਾ ਜਾਂਦਾ? ਉੱਥੋਂ 2 ਕੀ ਡਰਾ ਕੀਤੇ ਜਾਂਦੇ? ਪਰਪੈਂਡੀਕੂਲਰ, ਚੈੱਕ ਕਰਨ ਦੇ ਲਈ, ਠੀਕ ਹੈ ਜੀ। ਜਦੋਂ ਆਪਾਂ ਪਰਪੈਂਡੀਕੂਲਰ ਡਰਾ ਕੀਤਾ, ਮੰਨ ਲਓ ਫਸਟ ਪੁਆਇੰਟ ਵਾਸਤੇ, ਤਾਂ ਉਹਦੀ ਆ ਸਿਚੁਏਸ਼ਨ ਆ ਗਈ ਆਪਣੇ ਕੋਲ। ਜਦੋਂ ਸੈਕੰਡ ਪੁਆਇੰਟ ਵਾਸਤੇ ਆਪਾਂ ਪਰਪੈਂਡੀਕੂਲਰ ਡਰਾ ਕੀਤਾ ਐਕਸ ਐਕਸਿਸ ਦੇ ਉੱਪਰ ਤੇ ਵਾਈ ਐਕਸਿਸ ਦੇ ਉੱਪਰ, ਆਹ ਵਾਲੀ ਸਿਚੁਏਸ਼ਨ ਆ ਗਈ। ਥਰਡ ਪੁਆਇੰਟ ਦੇ ਉੱਪਰ ਆਪਾਂ ਪਰਪੈਂਡੀਕੂਲਰ ਡਰਾ ਕੀਤਾ ਹੈ ਵਾਲਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਦੇਖੋ ਹੁਣ ਇਹਦਾ ਮਤਲਬ ਕੀ ਹੈ? ਆਹ ਟਾਈਮ ਐਕਸਿਸ ਹੈ, ਮੰਨ ਲਓ ਇਹਨੂੰ ਆਪਾਂ ਕਹੀਏ T1 ਹੈ, ਆਹ T2 ਹੈ, ਇਹ ਆਪਣੇ ਕੋਲ T3 ਹੈ। ਇੱਧਰ ਆਪਾਂ ਕਹਿ ਦਈਏ ਇਹ ਆਪਣੇ ਕੋਲ X1 ਹੈ, X2 ਹੈ, X3 ਹੈ, ਠੀਕ ਹੈ। ਆਹ ਆਪਣੇ ਕੋਲ ਹੈ 0। ਇਹਦਾ ਮਤਲਬ ਜਦੋਂ ਆਬਜੈਕਟ T1 ਤੇ ਗਿਆ ਤਾਂ ਉਹਨੇ ਡਿਸਟੈਂਸ ਕਿੰਨਾ ਕਵਰ ਕੀਤਾ ਜਾਂ ਡਿਸਪਲੇਸਮੈਂਟ ਕਿੰਨਾ ਕਵਰ ਕੀਤਾ? X1, ਠੀਕ ਹੈ। ਜਦੋਂ T2 ਤੇ ਗਿਆ ਤਾਂ ਉਹਨੇ ਵੈਲਿਊ ਕਿੰਨੀ ਕਵਰ ਕੀਤੀ ਆਪਣੇ ਕੋਲੇ? X2, ਟਾਈਮ T2, ਠੀਕ ਹੈ। ਜਦੋਂ 3 ਤੇ ਗਿਆ, X3, ਟਾਈਮ T3। ਬਟ ਜੇ ਅਸੀਂ ਗੈਪ ਦੀ ਗੱਲ ਕਰੀਏ, ਦੇਖੋ
ਜਿੰਨਾ ਗੈਪ ਇਧਰਲੀ ਸਾਈਡ ਤੇ ਹੈ ਓਨਾ ਹੀ ਗੈਪ ਇੱਧਰ ਹੈ। ਜਿੰਨਾ ਗੈਪ ਇੱਧਰ ਹੈ ਆਪਣੇ ਕੋਲੇ ਓਨਾ ਹੀ ਗੈਪ ਆਪਣੇ ਕੋਲੇ ਇੱਧਰ ਹੈ। ਇਹਦਾ ਮਤਲਬ ਕੀ ਹੋਇਆ, ਆਬਜੈਕਟ ਕਿਸ ਤਰ੍ਹਾਂ ਨਾਲ ਮੂਵ ਕਰ ਰਿਹਾ ਹੈ। ਬੇਟੇ ਮਾਈਕ ਆਫ ਕਰੋ, ਆਵਾਜ਼ ਕਿੰਦੀ ਆ ਰਹੀ ਹੈ ਨਾਲ, ਪੱਖਾ ਚਲਾਇਆ ਹੋਇਆ ਹੈ। ਇਕੁਅਲ ਡਿਸਟੈਂਸ ਜਾਂ ਡਿਸਪਲੇਸਮੈਂਟ ਕਵਰ ਕਰ ਰਿਹਾ ਇਨ ਇਕੁਅਲ ਇੰਟਰਵਲ ਆਫ ਟਾਈਮ। ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਇੰਟਰਵਲ ਮੈਨੇ ਹੁੰਦਾ ਟਾਈਮ, ਇੰਟਰਵਲ ਮੈਨੇ ਕੀ ਹੁੰਦਾ ਬੇਟੇ? ਟਾਈਮ। ਇਹਦਾ ਮਤਲਬ ਆਬਜੈਕਟ ਸਾਡੇ ਕੋਲ ਕਿਸ ਤਰ੍ਹਾਂ ਨਾਲ ਮੂਵ ਕਰ ਰਿਹਾ, ਉਹ ਜਿੰਨਾ ਹੀ ਸਮਾਂ ਇੱਥੇ ਗੈਪ ਆਉਂਦਾ ਉਨਾ ਹੀ ਇੱਧਰ ਡਿਸਟੈਂਸ ਦਾ ਗੈਪ ਆ ਜਾਂਦਾ। ਇਸੇ ਚੀਜ਼ ਨੂੰ ਦੇਖੋ ਆਪਾਂ ਦੁਬਾਰਾ ਗ੍ਰਾਫ ਬਣਾ ਕੇ ਸਮਝੀਏ ਵੈਲਿਊਜ਼ ਲੈ ਕੇ। ਲਓ ਆਪਾਂ ਇੱਥੇ ਵੈਲਿਊ ਲੈ ਲਈ, ਮੰਨ ਲਓ ਮੈਂ ਕਹਾਂ ਇਹ 2 ਸੈਕਿੰਡ ਹੈ, ਆ 4 ਸੈਕਿੰਡ ਹੈ, ਇਹ ਆਪਣੇ ਕੋਲ 6 ਸੈਕਿੰਡ ਹੈ। ਠੀਕ ਹੈ, ਜਿਹੜਾ ਪਹਿਲਾਂ ਗ੍ਰਾਫ ਬਣਾਇਆ ਆਪਾਂ ਉਹ ਬਣਾਈਏ, ਇਹਨੂੰ ਆਪਾਂ ਇਹਦੇ ਨਾਲ ਜੁਆਇਨ ਕਰਤਾ ਇਧਰੋਂ। ਠੀਕ ਹੈ ਜੀ, ਇਧਰ ਇਧਰ ਜੁਆਇਨ ਕਰਤਾ। ਕੋਈ ਵੀ ਆਪਾਂ ਰੈਂਡਮਲੀ 3 ਪੋਜੀਸ਼ਨਸ ਅਸੀਂ ਚੱਕ ਲਈਆਂ ਉਸ ਪਾਥ ਦੇ ਉੱਪਰ ਜਿਹਨੂੰ ਅਸੀਂ ਕਵਰ ਕਰਨਾ। ਠੀਕ ਹੈ ਜੀ, ਹੁਣ ਦੇਖੋ ਇਹਨੂੰ 2 ਸੈਕਿੰਡ ਕਹਿੰਦਾ, ਆ ਟਾਈਮ ਸਕੇਲ ਹੈ, ਆ 2 ਸੈਕਿੰਡ ਹੈ, ਆ 4 ਸੈਕਿੰਡ ਹੈ, 6 ਸੈਕਿੰਡ ਹੈ, ਆ 0 ਹੈ। ਮੰਨ ਲਓ ਆ 10 ਮੀਟਰ ਮੂਵ ਕਰ ਗਿਆ, ਆ 20 ਮੀਟਰ ਮੂਵ ਕਰ ਗਿਆ ਤੇ 30 ਮੀਟਰ ਮੂਵ। ਇਹਦਾ ਮਤਲਬ 2 ਸੈਕਿੰਡ ਦੇ ਵਿੱਚ ਕਿੰਨਾ ਮੂਵ ਕੀਤਾ ਬੇਟੇ? 10 ਮੀਟਰ। ਜਦੋਂ ਟਾਈਮ ਆਪਣੇ ਕੋਲ ਕਿੰਨਾ ਸੀਗਾ? 2 ਸੈਕਿੰਡ, ਤਾਂ x ਦੀ ਵੈਲਿਊ ਕਿੰਨੀ ਆਈ? 10 ਮੀਟਰ। ਆ ਪੁਆਇੰਟ ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਜਦੋਂ 2 ਸੈਕਿੰਡ ਤੋਂ 4 ਸੈਕਿੰਡ ਤੇ ਗਿਆ ਤਾਂ ਟਾਈਮ ਕਿੰਨਾ ਹੋਇਆ? 4 - 2, 4 - 2 ਕਿੰਨੇ ਸੈਕਿੰਡ ਮੂਵ ਕੀਤਾ? 2 ਸੈਕਿੰਡ। ਇਧਰੋਂ ਡਿਸਟੈਂਸ ਕਿੰਨਾ ਮੂਵ ਕੀਤਾ ਬੇਟੇ? 20 - 10 ਕਿੰਨਾ ਆ ਗਿਆ? 10 ਮੀਟਰ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਥਰਡ ਆਪਣੇ ਕੋਲ ਕੀ ਹੈ ਬੇਟੇ? 6 ਸੈਕਿੰਡ - 4 ਸੈਕਿੰਡ ਕਿੰਨਾ ਆਇਆ? 2 ਸੈਕਿੰਡ। ਇਧਰ ਆਪਣੇ ਕੋਲ ਕਿੰਨਾ ਆਇਆ? 30 ਮੀਟਰ - 20 ਮੀਟਰ ਕਿੰਨਾ ਆਇਆ ਬੇਟੇ? 10 ਮੀਟਰ। ਇਹਦਾ ਮਤਲਬ ਹਰੇਕ ਇੰਟਰਵਲ ਦੇ ਵਿੱਚ, ਇੰਟਰਵਲ ਕੀ ਸੀ? ਸੇਮ। ਕਿੰਨੇ ਕਿੰਨੇ ਦਾ ਸੀਗਾ? 2-2 ਸੈਕਿੰਡ ਦਾ। ਇੰਟਰਵਲ ਕਿੰਨੇ ਕਿੰਨੇ ਸੈਕਿੰਡ ਦਾ ਸੀ ਬੇਟੇ? 2-2 ਸੈਕਿੰਡ ਦਾ। ਤੇ ਹਰੇਕ ਸੈਕਿੰਡ ਦੇ ਵਿੱਚ ਉਹਨੇ ਕਿੰਨਾ ਡਿਸਟੈਂਸ ਮੂਵ ਕੀਤਾ? 10 ਮੀਟਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਨੂੰ ਆਪਾਂ ਕੀ ਕਿਹਾ? ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ। ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ। ਜੇਕਰ ਆਪਣੇ ਕੋਲੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ, ਉਹਨੂੰ ਇੱਕ ਸ਼ਬਦ ਦੇ ਵਿੱਚ ਆਪਾਂ ਲਿਖਣਾ ਹੋਵੇ ਤਾਂ ਆਪਾਂ ਲਿਖਦੇ ਹਾਂ ਯੂਨੀਫਾਰਮ ਮੋਸ਼ਨ। ਕੀ ਲਿਖਦੇ ਹਾਂ ਬੇਟੇ? ਅੱਗੇ ਆਪਾਂ ਇਹ ਡੈਫੀਨੇਸ਼ਨ ਵੀ ਕਰਾਂਗੇ। ਵਟ ਇਜ਼ ਯੂਨੀਫਾਰਮ ਮੋਸ਼ਨ? ਇਫ ਆਬਜੈਕਟ ਕਵਰਸ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ ਦੈਨ ਮੋਸ਼ਨ ਇਜ਼ ਕਾਲਡ ਯੂਨੀਫਾਰਮ। ਇਹਦਾ ਮਤਲਬ ਜੇਕਰ ਇਸ ਤਰ੍ਹਾਂ ਦਾ ਗ੍ਰਾਫ ਆਉਂਦਾ ਸਟ੍ਰੇਟ ਲਾਈਨ, ਇਸ ਤਰ੍ਹਾਂ ਦਾ ਗ੍ਰਾਫ ਆਉਂਦਾ ਸਟ੍ਰੇਟ ਲਾਈਨ ਇਨਕਲਾਈਨਡ ਟੂ ਟਾਈਮ ਐਕਸਿਸ, ਇਹਨੂੰ ਕਹਿੰਦੇ ਇਨਕਲਾਈਨਡ ਕਿਉਂਕਿ ਐਂਗਲ ਬਣਾ ਰਿਹਾ। ਆ ਟਾਈਮ ਐਕਸਿਸ ਹੈ, ਟਾਈਮ ਐਕਸਿਸ ਨਾਲੋਂ ਕੀ ਬਣਾ ਰਿਹਾ ਬੇਟੇ? ਇੱਕ ਐਂਗਲ ਬਣਾ ਰਿਹਾ ਥੀਟਾ। ਇਹਨੂੰ ਆਪਾਂ ਕੀ ਕਹਿੰਦੇ? ਇਨਕਲਾਈਨਡ ਪਲੇਨ। ਇਹਦਾ ਮਤਲਬ ਗ੍ਰਾਫ ਕਿਸ ਤਰ੍ਹਾਂ ਦਾ? ਇਨਕਲਾਈਨਡ ਟੂ ਟਾਈਮ ਐਕਸਿਸ। ਕਿਸ ਤਰ੍ਹਾਂ ਦਾ? ਇਨਕਲਾਈਨਡ ਟੂ, ਹਾਂਜੀ। ਤਾਂ ਗ੍ਰਾਫ ਕਿਸ ਤਰ੍ਹਾਂ ਦਾ ਹੋਊਗਾ? ਮੋਸ਼ਨ ਕਿਸ ਤਰ੍ਹਾਂ ਦਾ ਹੋਊਗਾ? ਯੂਨੀਫਾਰਮ ਮੋਸ਼ਨ ਕਿਸ ਤਰ੍ਹਾਂ ਦਾ ਹੋਊਗਾ? ਜੇਕਰ ਅਪਵਰਡ ਜਾ ਰਿਹਾ, ਜੇਕਰ ਇਹ ਅਪਵਰਡ ਜਾ ਰਿਹਾ। ਠੀਕ ਹੈ, ਹੁਣ ਇਹਦੇ ਵਿੱਚ ਹੀ ਇੱਕ ਹੋਰ ਟਰਮ ਆਪਾਂ ਕਰਦੇ ਹਾਂ, ਸਲੋਪ। ਸਲੋਪ, ਸਲੋਪ ਕੀ ਹੁੰਦਾ ਬੇਟੇ? ਸਲੋਪ ਦਾ ਮਤਲਬ ਕੀ ਹੈ ਬੇਟੇ? ਸਲੋਪ ਦਾ ਮਤਲਬ ਹੈ ਢਾਲ। ਸਲੋਪ ਦਾ ਮਤਲਬ ਕੀ ਹੈ? ਢਾਲ ਕਿੰਨੀ ਕੁ ਹੈ?
इधर टाइम सी, इधर डिस्टेंस सी, ਜਿਹੜੀ ਆ ਥੀਟਾ ਹੈ ਨਾ, ਥੀਟਾ ਸਲੋਪ ਕੱਢਣ ਲਈ ਅਸੀਂ ਹਮੇਸ਼ਾ ਕੀ ਕਰਨਾ ਵੀ ਇਹਦੀ ਢਾਲ ਕਿੰਨੀ ਹੈ, ਆਪਾਂ ਟੈਨ ਥੀਟਾ ਕੈਲਕੂਲੇਟ ਕਰਨਾ। ਕੀ ਕੈਲਕੂਲੇਟ ਕਰਨਾ? ਟੈਨ ਥੀਟਾ। ਕਾਦੇ ਵਾਸਤੇ? ਸਲੋਪ ਆਫ ਗ੍ਰਾਫ। ਇਹਦੇ ਵਾਸਤੇ ਕੋਈ ਵੀ ਅਸੀਂ ਇੱਕ ਪੁਆਇੰਟ ਲੈ ਲਿਆ, ਮੰਨ ਲਓ ਅਸੀਂ ਆਹ ਪੁਆਇੰਟ ਲੈ ਲਿਆ, ਜਿਸ ਪੁਆਇੰਟ ਦੇ ਉੱਪਰ ਅਸੀਂ ਮੰਨ ਲਓ ਐਂਗਲ ਕੈਲਕੂਲੇਟ ਕਰਨਾ ਜਾਂ ਸਲੋਪ ਕੈਲਕੂਲੇਟ ਕਰਨੀ, ਕੋਈ ਵੀ ਲੈ ਸਕਦੇ ਰੈਂਡਮਲੀ, 2 ਪੁਆਇੰਟ ਲੈ ਕੇ ਉੱਥੇ ਵੀ ਕੈਲਕੂਲੇਟ ਕਰ ਸਕਦੇ ਆ। ਟੈਨ ਥੀਟਾ ਕੀ ਹੁੰਦਾ ਬੇਟੇ? ਪਰਪੈਂਡੀਕੂਲਰ ਬਾਏ ਬੇਸ। ਯਾਦ ਹੈ ਕਿ ਨਹੀਂ? ਠੀਕ ਹੈ, ਇਹ ਆਪਾਂ ਯਾਦ ਕਰਨ ਵਾਸਤੇ ਕੀ ਆਇਆ ਸੀਗਾ? ਪੰਡਤ ਬੱਦਰੀ ਪ੍ਰਸ਼ਾਦ ਹਰ ਹਰ ਬੋਲੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਉਹਨੂੰ ਯਾਦ ਕਿਵੇਂ ਕੀਤਾ ਸੀ? ਉੱਤੇ ਲਿਖਣਾ ਪੰਡਤ ਬੱਦਰੀ ਪ੍ਰਸ਼ਾਦ ਹਰ ਹਰ ਬੋਲੇ। ਪੀ ਤੇ ਪਰਪੈਂਡੀਕੂਲਰ ਹੈ, ਐਚ ਤੇ ਹਾਈਪੋਟੀਨਿਊਜ਼, ਬੀ ਤੇ ਬੇਸ। ਤੇ ਪੰਜਾਬੀ ਵਿੱਚ ਆਪਾਂ ਕਿਵੇਂ ਕਰਦੇ ਹੁੰਦੇ ਸੀ ਬੇਟੇ? ਲੰਬੂ ਆਇਆ, ਲੰਬੂ ਆਇਆ, ਕੀ ਕਰਨ ਆਇਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਜਿਹੜੀ ਆਹ ਚੀਜ਼ ਹੈ ਬੇਟੇ, ਇਹਨੂੰ ਆਪਾਂ ਕਹਿੰਦੇ ਟੈਨ, ਪਰਪੈਂਡੀਕੂਲਰ ਬਾਏ ਬੇਸ। ਯਾਦ ਰੱਖਣਾ ਹਮੇਸ਼ਾ। ਹੁਣ ਆ ਆਪਣੇ ਕੋਲ ਕੀ ਹੈ ਬੇਟੇ? ਕਾਸ। ਹਾਂ, ਪੀ ਬਾਏ ਐਚ, ਪਰਪੈਂਡੀਕੂਲਰ ਬਾਏ ਹਾਈਪੋਟੀਨਿਊਜ਼, ਇਹਨੂੰ ਆਪਾਂ ਕੀ ਕਹਿੰਦੇ? ਸਾਈਨ। ਹੁਣ ਅਸੀਂ ਗੱਲ ਕਰ ਰਹੇ ਹਾਂ ਟੈਨ। ਟੈਨ ਕਿੰਦੇ ਬਰਾਬਰ ਹੁੰਦਾ? ਪਰਪੈਂਡੀਕੂਲਰ ਬਾਏ ਬੇਸ। ਐਂਗਲ ਦੇ ਸਾਹਮਣੇ ਹਮੇਸ਼ਾ ਪਰਪੈਂਡੀਕੂਲਰ ਹੁੰਦਾ, ਯਾਦ ਰੱਖੋ। ਐਂਗਲ ਦੇ ਸਾਹਮਣੇ ਹਮੇਸ਼ਾ ਕੀ ਹੁੰਦਾ? ਪਰਪੈਂਡੀਕੂਲਰ। ਜਿਹੜੀ ਸਭ ਤੋਂ ਲੰਬੀ ਸਾਈਡ ਹੈ ਉਹ ਹਾਈਪੋਟੀਨਿਊਜ਼ ਹੁੰਦੀ, ਜਿਹੜੀ ਥਰਡ ਰਹਿ ਗਈ ਉਹ ਬੇਸ ਹੈ। ਇਹਦਾ ਮਤਲਬ ਜੇ ਅਸੀਂ ਇੱਥੋਂ ਕੈਲਕੂਲੇਸ਼ਨ ਕਰੀਏ ਤਾਂ ਪਰਪੈਂਡੀਕੂਲਰ ਕੀ ਹੈ? ਆਹ ਵਾਲੀ ਸਾਈਡ ਹੈ, ਤੇ ਇਹਨੂੰ ਅਸੀਂ ਕਿੱਥੋਂ ਕੈਲਕੂਲੇਟ ਕਰ ਸਕਦੇ ਹਾਂ? ਇਧਰੋਂ। ਕਲੀਅਰ ਹੋਇਆ ਕਿ ਨਹੀਂ ਹੋਇਆ? x ਦੀ ਵੈਲਿਊ ਸਾਡੇ ਕੋਲ ਕੀ ਦੱਸ ਰਹੀ ਹੈ? ਪਰਪੈਂਡੀਕੂਲਰ। ਇਹਦਾ ਮਤਲਬ ਬਣ ਗਿਆ ਸਾਡੇ ਕੋਲ x ਬਾਈ t। ਇੱਥੋਂ ਲੈ ਕੇ ਤੱਕ ਵੈਲਿਊ ਆਪਣੇ ਕੋਲ ਕੀ ਹੈ? ਮੰਨ ਲਓ ਇਹਨੂੰ ਕਹਿ ਦਈਏ t1 ਕਹਿ ਲਓ, ਜਾਂ ਇਹਨੂੰ ਕਹਿ ਦਿਓ x1। ਇਹਦਾ ਮਤਲਬ ਆਹ ਚੀਜ਼ ਸਾਡੇ ਕੋਲ ਕੀ ਦੱਸੂਗੀ ਬੇਟੇ? ਇਹਦੇ ਚ ਕੀ ਹੈ? ਇਹਦੇ ਚੋਂ x1 ਮਾਈਨਸ 0 ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ, t1 ਮਾਈਨਸ 0, ਕਿਉਂਕਿ ਇੱਥੇ ਟਾਈਮ ਕਿੰਨਾ ਸੀ? 0। ਤਾਂ ਸਾਡੇ ਕੋਲ ਕੀ ਕੈਲਕੂਲੇਟ ਹੋ ਗਈ? ਸਲੋਪ। ਇਹਦਾ ਮਤਲਬ ਫॉर ਕੈਲਕੂਲੇਟਿੰਗ ਦੀ ਸਲੋਪ ਆਫ ਦੀ ਗ੍ਰਾਫ ਵੀ ਵਿਲ ਕੈਲਕੂਲੇਟ ਦੀ ਟੈਨ ਥੀਟਾ ਇਨ ਦੈਟ ਇੰਟਰਵਲ। ਉਸ ਸਮੇਂ ਦੇ ਇੰਟਰਵਲ ਦੇ ਵਿੱਚ ਅਸੀਂ ਕੀ ਕੈਲਕੂਲੇਟ ਕਰਾਂਗੇ? ਹਾਂਜੀ, ਟੈਨ ਥੀਟਾ ਸਾਡੇ ਕੋਲ ਕੀ ਦੱਸਦਾ? ਸਲੋਪ। ਸਲੋਪ ਦਾ ਮਤਲਬ ਕੀ ਹੈ? ਢਾਲ। ਠੀਕ ਹੈ ਜੀ। ਦੱਸੋ ਬੇਟੇ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਹੁਣ ਮੰਨ ਲਓ ਆਪਾਂ ਇੱਕ ਹੋਰ ਗ੍ਰਾਫ ਆਪਾਂ ਡਿਸਕਸ ਕਰਦੇ ਹਾਂ, ਥਰਡ ਟਾਈਪ ਦਾ। ਸਮਝ ਲੱਗ ਰਹੀ ਕਿ ਨਹੀਂ ਲੱਗ ਰਹੀ? ਸਮਝ ਲੱਗ ਰਹੀ ਪੁੱਤਰ ਸਾਰਿਆਂ ਨੂੰ? ਜੇ ਆਪਣੇ ਕੋਲ ਗ੍ਰਾਫ ਇਸ ਤਰ੍ਹਾਂ ਦਾ ਹੋਵੇ, ਇਸ ਤਰ੍ਹਾਂ, ਤਾਂ ਇਹ ਕੀ ਰਿਪਰੈਜ਼ੈਂਟ ਕਰ ਰਿਹਾ? ਇੱਕ ਸਾਈਡ ਤੇ ਕਹਿੰਦਾ ਮਤਲਬ ਅਸੀਂ ਮਿਕਸ ਕੀਤਾ ਸਾਰੇ ਗ੍ਰਾਫ ਨੂੰ, ਇੱਧਰ t ਹੈ, ਇੱਧਰ x ਹੈ। ਇਹਦਾ ਮਤਲਬ ਜਿਹੜਾ ਆਹ ਵਾਲਾ ਪੋਰਸ਼ਨ ਹੈ O ਤੋਂ ਲੈ ਕੇ A ਤੱਕ, ਇਹ ਕੀ ਰਿਪਰੈਜ਼ੈਂਟ ਕਰ ਰਿਹਾ? ਯੂਨੀਫਾਰਮ ਮੋਸ਼ਨ। ਇਹ ਕੀ ਰਿਪਰੈਜ਼ੈਂਟ ਕਰ ਰਿਹਾ? ਯੂਨੀਫਾਰਮ ਮੋਸ਼ਨ। ਆ ਆਲਮੋਸਟ ਆਪਣੇ ਕੋਲ ਕੀ ਹੋ ਗਿਆ? ਪੈਰਲਰ ਹੋ ਗਿਆ। ਇਹਦਾ ਮਤਲਬ ਇੱਥੇ ਆਬਜੈਕਟ ਕੀ ਹੋ ਗਿਆ? ਰੈਸਟ ਤੇ। ਆ ਡਾਊਨਵਰਡ ਜਾ ਰਿਹਾ। ਇਹਦਾ ਮਤਲਬ ਕੀ ਹੋਇਆ? ਵੀ ਇਹ ਡਿਸਟੈਂਸ ਨਹੀਂ ਹੋ ਸਕਦਾ, ਡਿਸਪਲੇਸਮੈਂਟ ਹੋ ਸਕਦਾ। ਕਾਰਨ ਦੇਖੋ, ਜਦੋਂ ਅਸੀਂ ਇਸ ਪੁਆਇੰਟ ਤੇ ਆ ਗਏ, ਇਸ ਪੁਆਇੰਟ ਤੋਂ, ਤਾਂ ਵੈਲਿਊ ਕੀ ਹੋਈ? ਆਪਣੇ ਕੋਲ x ਦੀ ਵੈਲਿਊ ਕੀ ਘਟ ਗਈ ਨਾ? ਪਹਿਲਾਂ ਇਸ ਪੁਆਇੰਟ ਤੇ ਕਿੰਨੀ ਸੀ? ਆਹ ਵੈਲਿਊ ਸੀ। ਇਸ ਪੁਆਇੰਟ ਤੇ ਵੈਲਿਊ ਕਿੰਨੀ ਆ? ਇਹਦਾ ਮਤਲਬ x ਦੀ ਵੈਲਿਊ ਕੀ ਘਟ ਗਈ। ਇਹਦਾ ਮਤਲਬ ਇਹ ਕੀ ਬਣ ਗਿਆ? ਆਪਣੇ ਕੋਲ ਡਿਸਪਲੇਸਮੈਂਟ ਹੈ ਜਿਹੜੀ ਇਸ ਇੰਟਰਵਲ ਦੇ ਵਿੱਚ ਸਾਡੇ ਕੋਲ ਕੀ ਹੋਗੀ? ਨੈਗੇਟਿਵ। ਇੱਥੇ ਆਪਣੇ ਕੋਲ ਕੀ ਹੈ? ਸਟੇਸ਼ਨਰੀ। ਫਾਈਨਲ ਤੇ ਇਨੀਸ਼ੀਅਲ, ਇੱਥੇ ਡਿਸਪਲੇਸਮੈਂਟ ਹੋਊਗੀ 0, ਇੱਥੇ ਡਿਸਪਲੇਸਮੈਂਟ ਕੀ ਹੋਊਗੀ? ਪੋਜ਼ਿਟਿਵ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਇਹ ਤਿੰਨੇ ਗ੍ਰਾਫ ਨੂੰ ਜਿਹੜੇ ਆਪਾਂ ਸਟੱਡੀ ਕੀਤੇ, ਜੇ ਪੈਰਲਲ ਟੂ ਦੀ ਟਾਈਮ ਐਕਸਿਸ ਹੋਵੇ ਤਾਂ ਰੈਸਟ ਤੇ ਹੁੰਦਾ, ਇਨਕਲਾਈਨ ਟੂ ਦੀ ਟਾਈਮ ਐਕਸਿਸ ਹੈ ਤਾਂ ਯੂਨੀਫਾਰਮ ਹੁੰਦਾ, ਤੇ ਜੇ ਡਾਊਨਵਰਡ ਆਉਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਆਹ ਵੈਲਿਊ
ਸਾਡੇ ਕੋਲੇ ਕੀ ਹੈ, ਜਿਵੇਂ-ਜਿਵੇਂ ਅਸੀਂ ਡਾਊਨਵਰਡ ਜਾ ਰਹੇ ਹਾਂ, ਇਟ ਮੀਨਸ ਆਹ ਵੈਲਿਊ ਥੱਲੇ-ਥੱਲੇ ਆ ਰਹੀ ਹੈ। ਥੱਲੇ ਆਉਣ ਦਾ ਮਤਲਬ ਕੀ ਹੈ ਵੀ x ਦੀ ਵੈਲਿਊ ਕੀ ਹੋ ਰਹੀ ਹੈ, ਘਟ ਰਹੀ ਹੈ। ਘਟਣ ਦਾ ਮਤਲਬ ਕੀ ਹੈ? ਹਾਂ, ਡਿਸਪਲੇਸਮੈਂਟ ਹੋਊਗੀ, ਕਿਉਂਕਿ ਡਿਸਟੈਂਸ ਤਾਂ ਘਟਦਾ ਹੀ ਨਹੀਂ। ਇਹਦਾ ਮਤਲਬ ਆ ਗ੍ਰਾਫ ਕਿਹਦਾ ਬਣ ਗਿਆ? ਡਿਸਪਲੇਸਮੈਂਟ ਦਾ ਬਣ ਗਿਆ। ਤੇ ਇਹਦੇ ਚ ਡਿਸਪਲੇਸਮੈਂਟ ਕੀ ਹੋਗੀ? ਨੈਗੇਟਿਵ ਹੋਗੀ। ਇੱਥੇ ਡਿਸਪਲੇਸਮੈਂਟ ਕੀ ਹੋਗੀ? 0 ਹੋਗੀ। ਇੱਥੇ ਡਿਸਪਲੇਸਮੈਂਟ ਕੀ ਹੋਗੀ? ਪੋਜ਼ਿਟਿਵ ਹੋਗੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ ਸਾਰਿਆਂ ਨੂੰ? ਇਹਦੇ ਨਾਲ ਹੀ ਰਲਦਾ ਮਿਲਦਾ ਕਨਸੈਪਟ ਹੈ ਜਿਹੜਾ ਸਾਡੇ ਕੋਲ, ਉਹ ਹੈਗਾ ਸਪੀਡ ਵਰਸਸ ਵੈਲੋਸਿਟੀ। ਛੋਟੀਆਂ ਕਲਾਸਾਂ ਤੁਸੀਂ ਕਨਸੈਪਟ ਕੀਤਾ ਸੀ ਗਤੀ, ਠੀਕ ਹੈ ਜੀ। ਗਤੀ ਕੀ ਹੁੰਦਾ ਸੀਗਾ ਬੇਟੇ? ਵੈਲੋਸਿਟੀ ਦੇ ਯੂਨਿਟ ਕੀ ਹੁੰਦੇ ਆ? ਇਹਦੇ ਤੋਂ ਹੀ ਆਪਾਂ ਡੈਫੀਨੇਸ਼ਨ ਬਣਾ ਦਿਆਂਗੇ, ਤਾਂ ਮੈਂ ਲਿਖ ਰਿਹਾ। ਉਹ ਹੁੰਦੇ ਮੀਟਰ ਪਰ ਸੈਕਿੰਡ। ਕੀ ਹੁੰਦੇ ਬੇਟੇ? ਮੀਟਰ ਕੀ ਹੁੰਦਾ ਬੇਟੇ? ਲੰਬਾਈ। ਸੈਕਿੰਡ ਕੀ ਹੁੰਦਾ? ਇਹਦਾ ਮਤਲਬ ਜਿਹੜੀ ਸਾਡੇ ਕੋਲ ਸਪੀਡ ਹੈ ਉਹ ਕੀ ਹੋਣੀ ਚਾਹੀਦੀ ਹੈ? ਲੰਬਾਈ ਕੀ ਹੁੰਦੀ ਹੈ? ਡਿਸਟੈਂਸ ਬਾਏ ਟਾਈਮ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਨੂੰ ਆਪਾਂ ਕਹਿ ਸਕਦੇ ਹਾਂ ਸਪੀਡ ਇਜ਼ ਦੀ ਰੇਸ਼ੋ ਆਫ ਦੀ ਡਿਸਟੈਂਸ ਵਿਦ ਟਾਈਮ। ਕਲੀਅਰ ਹੋਇਆ ਕਿ ਨਹੀਂ ਹੋਇਆ? ਇੱਕ ਹੋਰ ਚੀਜ਼ ਯਾਦ ਰੱਖੋ, ਜਦੋਂ ਥੱਲੇ ਆਪਣੇ ਕੋਲ ਟਾਈਮ ਆ ਰਿਹਾ ਤਾਂ ਆਪਾਂ ਉਹਦੇ ਵਾਸਤੇ ਇੱਕ ਸ਼ਬਦ ਵਰਤਦੇ ਹਾਂ, ਰੇਟ। ਜਿੱਥੇ ਵੀ ਸ਼ਬਦ ਲਿਖਿਆ ਰੇਟ, ਇਹਦਾ ਮਤਲਬ ਸਮੇਂ ਦੇ ਨਾਲ ਉਹ ਚੀਜ਼ ਚੇਂਜ ਕਰ ਰਹੀ ਹੈ। ਇਹਦਾ ਮਤਲਬ ਸਪੀਡ ਨੂੰ ਮੈਂ ਡੈਫੀਨੇਸ਼ਨ ਜਿਹੜੀ ਬੁੱਕਸ ਦੇ ਵਿੱਚ ਲਿਖੀ ਹੋਈ ਹੈ, ਡੈਫੀਨੇਸ਼ਨ ਬਣ ਗਈ ਡਿਸਟੈਂਸ ਅਪੋਨ ਟਾਈਮ। ਤਾਂ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ? ਆਪਾਂ ਇਹਨੂੰ ਲਿਖ ਸਕਦੇ ਹਾਂ ਸਪੀਡ ਇਜ਼ ਰੇਟ ਆਫ ਚੇਂਜ ਆਫ, ਕਿਹੜੀ ਚੀਜ਼ ਚੇਂਜ ਕਰ ਰਹੀ ਹੈ? ਡਿਸਟੈਂਸ। ਕਿਉਂਕਿ ਰੇਟ ਦਾ ਮਤਲਬ ਹੀ ਟਾਈਮ ਹੈ। ਸਪੀਡ ਇਜ਼ ਰੇਟ ਆਫ ਚੇਂਜ ਆਫ ਦੀ ਡਿਸਟੈਂਸ, ਠੀਕ ਹੈ ਜੀ। ਵਿਦ ਟਾਈਮ ਲਿਖਣਾ ਲਿਖੋ, ਨਹੀਂ ਤਾਂ ਅੰਡਰਸਟੂਡ ਹੀ ਹੈ। ਜੇ ਰੇਟ ਲਿਖਿਆ ਤਾਂ ਇਹਦਾ ਮਤਲਬ ਟਾਈਮ ਦੇ ਨਾਲ ਹੋ ਰਿਹਾ। ਆਹ ਪੁਆਇੰਟ ਦੱਸੋ ਬੇਟੇ, ਕਲੀਅਰ ਹੋਇਆ ਕਿ? ਕਲੀਅਰ ਹੈ ਬੇਟੇ? ਠੀਕ ਹੈ। ਵੈਲੋਸਿਟੀ ਆਪਾਂ ਲਿਖਦੇ ਹਾਂ, ਫਿਰ ਆਪਾਂ ਉਵੇਂ ਟੇਬਲ ਬਣਾ ਕੇ ਇਹਨੂੰ 2 ਮਿੰਟ ਦੇ ਵਿੱਚ ਕਲੀਅਰ ਕਰਾਂਗੇ। ਵੈਲੋਸਿਟੀ ਵੇਖੋ ਕੀ ਆ। ਵੈਲੋਸਿਟੀ ਹੁੰਦੀ ਹੈ ਡਿਸਪਲੇਸਮੈਂਟ ਬਾਏ ਟਾਈਮ। ਕੀ ਹੁੰਦੀ ਬੇਟੇ? ਡਿਸਪਲੇਸਮੈਂਟ ਬਾਏ, ਠੀਕ ਹੈ ਜੀ। ਇਹਨੂੰ ਕੀ ਲਿਖ ਸਕਦੇ ਆ ਫਿਰ? ਵੈਲੋਸਿਟੀ ਇਜ਼ ਇਕੁਅਲ ਟੂ ਦੀ, ਲਿਖ ਸਕਦੇ ਆ ਰੇਸ਼ੋ ਆਫ, ਕਿਹੜੀ ਕਿਹੜੀ ਚੀਜ਼ ਦੀ ਰੇਸ਼ੋ ਹੈ? ਡਿਸਪਲੇਸਮੈਂਟ ਟੂ ਦੀ ਟਾਈਮ, ਡਿਸਪਲੇਸਮੈਂਟ ਟੂ ਦੀ ਟਾਈਮ। ਜਾਂ ਦੂਸਰੀ ਡੈਫੀਨੇਸ਼ਨ ਕੀ ਲਿਖ ਸਕਦੇ ਆ? ਵੈਲੋਸਿਟੀ ਕੀ ਹੁੰਦੀ ਹੈ ਬੇਟੇ? ਇਜ਼ ਇਕੁਅਲ ਟੂ ਦੀ rate of change of displacement। विद टाइम लिखना लिखो, नहीं तो इतना ही लिख सकते। दोस्तों बेटे डेफिनेशन क्लीयर हुई कि नहीं हुई? ਹੁਣ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ ਬੇਟੇ, ਇੱਥੇ ਆਈ ਡਿਸਪਲੇਸਮੈਂਟ ਤੇ ਸਪੀਡ ਵਾਲੇ ਕੇਸ ਤੇ ਆਪਣੇ ਕੋਲ ਕੀ ਆਇਆ ਸੀਗਾ? ਡਿਸਟੈਂਸ। ਹੁਣ ਡਿਸਟੈਂਸ ਕਿਹੜੀ ਕੁਆਂਟੀਟੀ ਹੈ? ਉਹ ਸਾਰੀਆਂ ਚੀਜ਼ਾਂ ਉਧਰ ਲੱਗ ਜਾਣੀਆਂ। ਉਹ ਸਕੇਲਰ ਹੈ ਜੀ, ਉਹ ਵੈਕਟਰ ਹੈ। ਠੀਕ ਹੈ। ਆਪਾਂ ਇੱਕ ਟੇਬਲ ਬਣਾਉਣੇ ਦੋਵਾਂ ਦੇ ਵਿਚਕਾਰ, ਜਿਵੇਂ ਪਹਿਲਾਂ ਬਣਾਇਆ ਸੀਗਾ। ਕੀ ਕਹਿੰਦਾ ਹੈ ਟੇਬਲ ਆਪਣੇ ਕੋਲੇ? ਇੱਕ ਸਾਈਡ ਤੇ ਆਪਾਂ ਲਿਖ ਲਈਏ ਸਪੀਡ, ਇੱਕ ਸਾਈਡ ਤੇ ਆਪਾਂ ਲਿਖ ਲਈ ਵੈਲੋਸਿਟੀ। ਸਮਝ ਲੱਗ ਰਹੀ ਬੇਟੇ? ਆਵਾਜ਼ ਆ ਰਹੀ ਬੇਟੇ ਮੇਰੀ? ਲਓ ਬੇਟੇ, ਫਿਰ ਸਪੀਡ ਦੀ ਆਪਾਂ ਡੈਫੀਨੇਸ਼ਨ ਲਿਖੀ ਵੀ ਸਪੀਡ ਆਪਣੇ ਕੋਲ ਕਿੰਦੇ ਬਰਾਬਰ ਆਉਂਦੀ ਹੈ? ਇਟ ਇਜ਼ ਨੋਟਡ ਬਾਏ, ਐਸ ਨਾਲ ਡਿਨੋਟ ਕਰ ਲਓ,
ਵੈਸੇ ਆਪਾਂ ਡਿਸਟੈਂਸ ਡਿਨੋਟ ਕਰਦੇ ਹਾਂ ਇਸ ਦੇ ਨਾਲ, ਤੁਸੀਂ ਚਲੋ ਇਹਨੂੰ ਐ ਲਿਖ ਲਓ ਵੀ ਸਪੀਡ ਆਪਣੇ ਕੋਲ ਕਿਹਦੇ ਬਰਾਬਰ ਹੁੰਦੀ ਹੈ, ਇਹ ਹੁੰਦੀ ਹੈ, ਹਾਂਜੀ ਪਹਿਲਾਂ ਆਪਾਂ ਡੈਫੀਨੇਸ਼ਨ ਹੀ ਲਿਖੀ ਦੀ ਹੈ, ਪਹਿਲਾ ਪੁਆਇੰਟ डिस्टेंस बाय टाइम। इधर अपने को की है, वेरी गुड बेटा, डिस्प्लेसमेंट बाय, क्लियर हो गया कि नहीं हो गया। सेकंड पॉइंट, डिस्टेंस अपने को की हुंदा बेटे, स्केलर क्वांटिटी। हाँ टाइम भी अपने को की है, टाइम अपने को की है, टाइम भी स्केलर है, टाइम की कोई डायरेक्शन नहीं होंगी, ठीक है। ਇਹਦਾ मतलब स्पीड भी ਸਾਡੇ ਕੋਲ ਕੀ ਹੋਗੀ, स्केलर बाय स्केलर इक्वल टू स्केलर। ਜਿਹੜੀ ਵੈਲੋਸਿਟੀ ਹੈ ਕਰ ਜਾਂਦਾ ਯਾਰ ਕਦੇ ਕਦੇ ਨਾ ਵਿੱਚੋਂ। ਆਪਾਂ ਲਿਖ ਰਹੇ ਸੀ, ਹਾਂਜੀ ਇੱਕ ਸਾਈਡ ਤੇ ਆਪਾਂ ਲਿਖ ਲਿਆ ਸਪੀਡ, ਇਧਰ ਆਪਾਂ ਲਿਖ ਲਿਆ ਵੈਲੋਸਿਟੀ। ਸਪੀਡ ਆਪਣੇ ਕੋਲ ਆ ਗਈ, ਹਾਂਜੀ x ਬਾਈ ਟੀ ਕਹਤਾ, ਇਹਨੂੰ ਆਪਾਂ ਕਹਤਾ ਹੈ ਵੀ ਆਪਣੇ ਕੋਲ ਕੀ ਹੈ, ਡਿਸਟੈਂਸ ਹੈ। ਵੈਲੋਸਿਟੀ ਆਪਣੇ ਕੋਲ ਕੀ ਆ ਗਈ, डिस्प्लेसमेंट बाय टाइम। सेकंड अपने को केड़ी क्वांटिटी होगी, स्केलर, वेलोसिटी डिस्प्लेसमेंट की है तो अपने को वेक्टर है, टाइम अपने को स्केलर है, वेक्टर बाय स्केलर इज इक्वल टू वेक्टर, ठीक है। थर्ड, डिस्टेंस हमेशा की हुंदा है, पॉजिटिव हुंदा है या जीरो हुंदा। जीरो का मतलब आप मूव ही नहीं कीते, तां करके आप ये लेके चलते हैं भी डिस्टेंस पॉजिटिव हुंदा है, इसलिए स्पीड भी हमेशा की होगी बेटे, पॉजिटिव होगी, नेगेटिव नहीं हो सकती। ते वेलोसिटी की हो सकती है, हाँ पॉजिटिव भी हो सकती है, नैगेटिव भी हो सकती है, जीरो भी हो सकती है, इधर भी आप कह सकते हैं जीरो। ये पॉइंट दसो बेटे क्लीयर होया कि नहीं होया। स्पीड है जिहड़ी साडे कोले, वो सिर्फ सानू मैगनीट्यूड दसदी है, डायरैक्शन नहीं दसदी भी ऑब्जेक्ट किहड़ी डायरैक्शन च जा रहा, वो नहीं दसदी। बट वेलोसिटी अपने कोले की है बेटे, ये की दसदी, हाँ भी हाउ फास्ट इन विच डायरैक्शन, कोई चीज कितनी तेज मूव कर रही है तो किहड़ी डायरैक्शन च मूव कर रही है। नैक्सट पॉइंट आप कह सकते हैं जिहड़ी स्पीड है ना, वो हमेशा की होगी, ग्रेटर दैन वेलोसिटी होगी, या ਵੱਧ ਤੋਂ ਵੱਧ की हो सकती है, बराबर हो सकती है, या ਵੱਧ ਤੋਂ ਵੱਧ की हो सकती है, इक्वल। ਜਿਹੜੇ ਆਪਾਂ ਪੁਆਇੰਟ ਉਧਰ ਡਿਸਕਸ ਕੀਤੇ ਸੀ ਉਹੀ ਆਉਣਗੇ ਕਿਉਂਕਿ ਰੇਸ਼ੋ ਹੈ, ਠੀਕ ਹੈ। ਜਿਹੜੀ ਵੈਲੋਸਿਟੀ ਕੀ ਹੋ ਸਕਦੀ ਹੈ, ਲੈਸ ਦੈਨ ਇਕੁਅਲ ਟੂ ਸਪੀਡ, ਠੀਕ ਹੈ। ਜਿਹੜੇ ਇਹਦੇ ਯੂਨਿਟ ਹੈ, ਯੂਨਿਟ ਦੇਖੋ ਜਿਹੜਾ ਸਪੀਡ ਹੈ ਜਾਂ ਵੈਲੋਸਿਟੀ ਹੈ, ਉਹ ਆਪਣੇ ਕੋਲ ਕਿੰਦੇ ਬਰਾਬਰ ਹੁੰਦੀ ਹੈ, डिस्प्लेसमेंट बाय टाइम ਜਾਂ डिस्टेंस बाय टाइम। ਤਾਂ डिस्प्लेसमेंट ਕੀ ਹੈ, ਇੱਕ ਲੈਂਥ ਹੈ ਜਿਹੜੀ ਮੀਟਰ ਦੇ ਵਿੱਚ ਮਾਪੀ ਜਾਊਗੀ, ਟਾਈਮ ਹੈ ਜਿਹੜਾ ਸੈਕਿੰਡ ਦੇ ਵਿੱਚ, ਇਹਦਾ ਮਤਲਬ ਇਹਦਾ ਯੂਨਿਟ ਕੀ ਹੈ, ਮੀਟਰ ਪਰ ਸੈਕਿੰਡ, ਐਸਆਈ ਯੂਨਿਟ ਹੈ। ਕਿਹੜਾ ਯੂਨਿਟ ਹੈ, ਹਾਂਜੀ ਠੀਕ ਹੈ। ਸਿਮਿਲਰਲੀ ਇਹਦੇ ਡਾਇਮੈਂਸ਼ਨ ਕੈਲਕੂਲੇਟ ਕਰਨੇ ਹੁਣ, ਡਾਇਮੈਂਸ਼ਨ ਤਾਂ v ਇਜ਼ ਇਕੁਅਲ ਟੂ x ਬਾਈ ਟੀ, ਆ ਲੰਬਾਈ ਹੈ, ਲੈਂਥ ਬਾय टाइम, m है ही नहीं अपने को, ਇਹਦਾ ਮਤਲਬ ਇਹਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੈ, lt ਮਾਈਨਸ 1, m0 ਲਿਖ ਲਓ। ਕਲੀਅਰ ਹੋਇਆ ਕਿ ਨਹੀਂ ਹੋਇਆ, ਫਸਟ ਯੂਨਿਟ ਦੇ ਵਿੱਚ ਆਪਾਂ ਇਹ ਚੀਜ਼ ਕੀਤੀ ਸੀ। ਦੱਸੋ ਬੇਟੇ ਅੱਜ ਤੱਕ ਕੋਈ ਡਾਊਟ ਹੈ ਤਾਂ, ਠੀਕ ਹੈ। ਇਹ ਸੀ ਆਪਣੇ ਕੋਲੇ ਬੇਸਿਕ ਆਈਡੀਆ ਅਬਾਊਟ ਦੀ ਵੈਲੋਸਿਟੀ, ਠੀਕ ਹੈ ਜੀ, ਐਂਡ ਟਾਈਮ। ਅੱਜ ਫਿਰ ਆਪਾਂ ਇੰਨਾ ਹੀ ਕਰਾਂਗੇ ਬੇਟੇ, ਠੀਕ ਹੈ। ਕੱਲ ਆਪਾਂ ਕਰਾਂਗੇ यूनिफॉर्म मोशन, वो लेंथी कॉन्सैप्ट है, अपना टाइम थोड़ा रह गया, अगली क्लास आनी है, वो अपने को पूरा नहीं होना, घट्टो घट्ट अद्धा घंटा चाहिए।
ਬੇਟੇ ਤੁਸੀਂ ਹੋਮਵਰਕ ਨਹੀਂ ਭੇਜਦੇ ਗਰੁੱਪ ਦੇ ਵਿੱਚ। ਜਿਹੜੀਆਂ ਵੀ ਡੈਫੀਨੇਸ਼ਨਸ ਆਪਾਂ ਕਰਵਾਈਆਂ ਜਾਂਦੀਆਂ ਬੇਟੇ ਤੁਹਾਡਾ ਬੈਨੀਫਿਟ ਹੈ ਉਸ ਦੇ ਵਿੱਚ ਬਹਾਨੇ ਨਾਲ ਯਾਦ ਹੋ ਜਾਣਗੀਆਂ। ਹੋਮਵਰਕ ਭੇਜਣਾ ਹੈਗਾ ਠੀਕ ਹੈ, ਵੌਇਸ ਮੈਸੇਜ ਭੇਜੋ, ਕੁਛ ਨਹੀਂ ਹੁੰਦਾ, ਗਲਤ ਹੋ ਜਾਊਗਾ ਤਾਂ ਫਿਰ ਕੀ ਹੋ ਜਾਊਗਾ, ਆਪਾਂ ਠੀਕ ਕਰ ਲਾਂਗੇ। ਹਾਂ ਠੀਕ ਹੈ ਬੇਟੇ।